आज पटियाला शहर के प्राचीन श्री भूतनाथ मंदिर में उस वक्त माहौल तनावपूर्ण हो गया जब वहां पर पिछले 20-25 सालों से खेती कर रहे किसान ने ये कहा कि मंदिर की जो कमेटियों की आपसी लड़ाई का खामियाजा उसे मजबूरन भुगतना पड़ेगा। बिना पानी के उसकी फसल मर जाएगी क्योंकि कमेटियों में आपसी खींचातानी चल रही है प्रधानगी को लेकर, मगर मुझ गरीब किसान का इसमें क्या लेना देना है। उसने ये भी कहा कि मैं अपनी बनती 6 माह ठेके की किश्त 66,000 भुगतान कर चुका हूँ, मगर कमेटियों की तरफ से मुझे पानी नहीं दिया जा रहा है, जिसके चलते मेरी फसल मर जाएगी और मैं किसान का बच्चा हूँ और फसल को बेटे की तरह पाला है। अगर मेरी फसल मरेगी तो उसके साथ मैं भी मरण व्रत पर बैठकर शहीद हो जाऊंगा। आखिरी सांस तक अपनी फसल को बेचने के लिए लड़ता रहूंगा। वहीं दूसरी तरफ किसान का ये भी कहना है कि चाहे मुख्यमंत्री पंजाब कैप्टन अमरिंदर सिंह, डीजीपी पंजाब, एसएसपी पटियाला किसी के पास भी जाना पड़े, वे आखिरी दम तक अपनी फसल को बेचने के लिए लड़ता रहेगा और किसान जत्थेबंदियों से भी उसने मदद की गुहार लगाई। पटियाला से केशव कुमार की रिपोर्ट, लाइव भारत। क्यों रुके रही दोस्तों? पानी है मार जी, ये पीने वास्ते पानी है, खेती में पानी देने वास्ते नहीं है। एक हाउस पावर ਦਾ ਸਮਰਸੀਬਲ ਲੱਗਾ ਉਹ ਖੇਤ ਵਾਸਤੇ ਆ ਤੇ ਉਹਨਾਂ ਦਾ ਕਹਿਣਾ ਜੀ ਫਿਰ ਤੁਸੀਂ ਕਿਉਂ ਬੋਲ ਰਹੇ ਹੋ ਵਿੱਚ ਤੁਹਾਡੇ ਕੋਲ ਕੋਈ ਡੈਜ਼ਿਗਨੇਸ਼ਨ ਹੈਗੀ? ਇੱਕ ਹਾਊਸ ਪਾਵਰ ਦਾ ਸਮਰਸੀਬਲ ਆ, ਇਹ ਪਾਣੀ ਖੇਤ ਨੂੰ ਤਾਂ ਦੇ ਸਕਦੇ ਤੇ ਨਾਲ ਮਿਲੇਗਾ ਬਿਲकुल ठीक है ਤੁਹਾਡੀ ਗੱਲ। किन्ना जाएगा पानी? ज़्यादा चलेगा मोटर सूख जाएगी। माफ करना, मैंने 2 बारी मोटर फूक चुकी, मैं 2 बारी पहुंच चुके नवी मोटर ਕਰਾਵਾਂਗੇ ਜੀ। ਕਮੇਟੀ ਦੇ ਪੈਸੇ ਗੱਲ ਕੀਤੀ ਹੈ ਅਸੀਂ कोई ਜੇ ਮੋਟਰ ਫੂਕਦੀ ਹੈ ਅਸੀਂ ਜ਼ਿੰਮੇਵਾਰ ਹਾਂ, ਅਸੀਂ ਠੀਕ ਕਰਾਵਾਂਗੇ ਉਸ ਮੋਟਰ ਨੂੰ। ਮਾਨਨੀਏ ਸਾਡੇ ਪ੍ਰਧਾਨ ਜੀ कोई पैसा नहीं लगा खेती है ਉਹ ਖਰਾਬ ਨਹੀਂ ਹੋਣੀ ਚਾਹੀਦੀ, ਇਸ ਕਰਕੇ ਪੈਸਾ ਜਿਹੜਾ ਹੈ ਅਹਿਮੀਅਤ ਨਹੀਂ ਰੱਖਦਾ ਹੈ। ਖੇਤੀ ਦੀ ਜਿਹੜੀ ਫਸਲ ਹੈ ਕਿਸੇ ਦਾ ਕੋਈ ਰੁਜ਼ਗਾਰ ਹੈ ਉਹ ਅਹਿਮੀਅਤ ਰੱਖਦਾ ਹੈ। ਜੇ ਕੋਈ ਮੋਟਰ ਫੂਕੇਗੀ ਉਹ ਅਸੀਂ ਠੀਕ ਕਰਾਵਾਂਗੇ। ਸੁਧਾਰ ਸਭਾ ਪ੍ਰਾਚੀਨ ਮੰਦਿਰ ਕੋਲ ਮੇਰੇ ਡੈਡੀ ਹੋਰੀ, ਮੇਰੀ ਫੈਮਿਲੀ, ਅਸੀਂ ਉਰੇ ਪਿਛਲੇ ਕਈ ਸਾਲਾਂ ਤੋਂ ਖੇਤੀ ਕਰ ਰਹੇ ਹਾਂ ਤੇ ਜਿਹਦੇ ਠੇਕੇ ਦੇ ਰੂਪ ਦੇ ਵਿੱਚ ਆਪਾਂ ਇਹਨਾਂ ਨੂੰ ਪੈਸੇ ਕਮੇਟੀ ਨੂੰ ਦਿੰਦੇ ਆ ਰਹੇ ਹਾਂ ਪਿਛਲੇ ਕਈ ਸਾਲਾਂ ਤੋਂ, 25-30 ਸਾਲਾਂ ਤੋਂ। ਤੇ ਇਸ ਕਮੇਟੀ ਦੇ ਜੋ ਪ੍ਰਧਾਨ ਸੀਗੇ ਸ਼੍ਰੀ ਰਾਮ ਕੁਮਾਰ ਗੋਇਲ ਜੀ, ਉਹਨਾਂ ਦੀ 1 ਸਾਲ ਪਹਿਲਾਂ ਡੈਥ ਹੋ ਚੁੱਕੀ ਆ ਜੀ। ਉਹਨਾਂ ਦੀ ਡੈਥ ਤੋਂ ਬਾਅਦ ਉਰੇ ਜਿਹੜਾ ਹੈਗਾ ਉਹਨਾਂ ਦੇ ਅਹੁਦੇ ਦੇ ਦਾਅਵੇਦਾਰ ਜਿਹੜੀਆਂ 2 ਪਾਰਟੀਆਂ ਆਈਆਂ ਨੇ। ਇੱਕ ਤਾਂ ਉਹਨਾਂ ਦੇ ਜਿਹੜੇ ਸਗੇ ਭਤੀਜੇ ਨੇ ਵਰੁਣ ਗੋਇਲ ਜੀ ਤੇ ਦੂਜੇ ਜਿਹੜੇ ਹੈਗੇ ਨੇ ਮਿੱਤਲ ਜੀ। ਹੁਣ ਮੈਂ ਆਪਣਾ ਜਿਹੜਾ ਛਮਾਹੀ ਦਾ ਠੇਕਾ ਹੈ 1,32,000 ਰੁਪਏ ਜਿਹੜਾ ਠੇਕੇ ਦੀ ਰਕਮ ਹੈ ਉਹ ਮੈਂ ਛਮਾਹੀ ਦੇ ਵਿੱਚ 2 ਹਿੱਸਿਆਂ ਦੇ ਵਿੱਚ ਦਿੰਦਾ ਹੁੰਦਾ। ਮੈਨੂੰ ਦੋਨੋਂ ਪਾਰਟੀਆਂ ਵੱਲੋਂ ਲਗਾਤਾਰ ਇਹ ਕਿਹਾ ਜਾਂਦਾ ਹੈ ਤੁਸੀਂ ਸਾਨੂੰ ਦਿਓ ਪੈਸੇ, ਤੁਸੀਂ ਸਾਨੂੰ ਦਿਓ ਪੈਸੇ। ਬਟ ਹੁਣ ਮੈਂ ਜਿਨ੍ਹਾਂ ਨੂੰ 20 ਸਾਲ ਤੋਂ ਲਗਾਤਾਰ ਦਿੰਦਾ ਆ ਰਿਹਾ ਸੀ ਉਹਨਾਂ ਦੇ ਮੈਂ ਸਗੇ ਭਤੀਜੇ ਵਰੁਣ ਜੀ ਦੇ ਕਹਿਣ ਦੇ ਮੁਤਾਬਕ ਵਰਿੰਦਰ ਖੰਨਾ, ਮਿੱਤਲ ਜੀ ਤੇ ਇੱਕ ਰਮੇਸ਼ ਨਾਨੀ ਜੀ, ਇਹਨਾਂ 3 ਬੰਦਿਆਂ ਨੂੰ ਪੈਸੇ ਮੈਂ ਪਿਛਲੇ ਮਹੀਨੇ ਉਰੇ ਆਏ ਸੀਗੇ, ਮੈਂ ਉਹਨਾਂ ਨੂੰ ਦੇਤੇ ਹੋਏ ਨੇ। ਤੇ ਹੁਣ ਪ੍ਰੋਬਲਮ ਇਹ ਹੈ ਉਹਨਾਂ ਨੂੰ ਮੈਂ ਪੈਸੇ ਦਿੱਤੇ ਹੋਏ ਨੇ ਬਟ ਇਹਨਾਂ ਵੱਲੋਂ ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਪੈਸੇ ਸਾਨੂੰ ਕਿਉਂ ਨਹੀਂ ਦਿੱਤੇ। ਤੇ ਹੁਣ ਪਿੱਛੇ ਨਦੀ ਦਾ ਕੰਮ ਚੱਲ ਰਿਹਾ ਸੀਗਾ, ਪਹਿਲਾਂ ਸਾਡੇ ਖੇਤ 'ਚ ਪਾਣੀ ਨਦੀ ਤੋਂ ਹੀ ਲੱਗਦਾ ਸੀਗਾ, ਇਹ ਹੁਣ ਨਦੀ ਬੰਦ ਹੋਣ ਕਰਕੇ ਸਾਡੇ ਪਾਣੀ ਉਰੇ ਜਿਹੜਾ ਹੈ ਬੰਦ ਹੋ ਚੁੱਕਿਆ ਹੋਇਆ ਜੀ। ਤੇ ਜਦੋਂ ਦਾ ਪਾਣੀ ਬੰਦ ਹੋਇਆ ਪਿਆ ਮੇਰੀ ਕਣਕ ਤੁਸੀਂ ਦੇਖ ਸਕਦੇ ਹੋ ਤਿਆਰ ਹੈ, ਬਿਲਕੁਲ ਪੱਕੀ ਹੋਈ ਹੈ, ਪੱਕਣ ਨੂੰ ਤਿਆਰ ਖੜੀ ਹੈ, ਉਹ ਪਾਣੀ ਤੋਂ ਬਗੈਰ ਸੁੱਕ ਰਹੀ, ਉਹ ਮਰ ਜੂਗੀ ਉਹ ਜਿਸ ਨੂੰ ਪਾਣੀ ਨਾ ਮਿਲਿਆ 1-2 ਦਿਨ ਦੇ ਵਿੱਚ। ਮੈਂ ਦੋਨੋਂ ਪਾਰਟੀਆਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਆ ਰਿਹਾ ਹਾਂ ਪਹਿਲੇ ਦਿਨ ਤੋਂ ਹੀ ਕਿ ਤੁਸੀਂ ਆਪਸ ਦੇ ਵਿੱਚ ਬਹਿ ਕੇ ਆਪਣੇ ਮਤਭੇਦ ਭੁਲਾ ਲਓ ਤੇ ਮੈਨੂੰ ਦੱਸੋ ਇੱਕ ਬੰਦਾ ਕਿ ਹਾਂ ਵੀ ਕੌਣ ਜਿਹੜਾ ਹੈਗਾ ਆਥੋਰਾਈਜ਼ਡ ਪ੍ਰਧਾਨ ਹੈ ਜਾਂ ਉਹ ਹੈ, ਸਾਨੂੰ ਲਿਖਤ ਦੇ ਵਿੱਚ ਦਿਓ ਕਿ ਹਾਂ ਵੀ ਅਸੀਂ ਹਾਂ। ਸਾਨੂੰ ਦੋਨੋਂ ਪਾਰਟੀਆਂ ਵੱਲੋਂ ਕਿਸੇ ਵੱਲੋਂ ਵੀ ਰਿਟਨ ਦੇ ਵਿੱਚ ਕੁਝ ਨਹੀਂ ਦਿੱਤਾ ਜਾ ਰਿਹਾ। ਉਹ ਕਹਿੰਦੇ ਸਾਨੂੰ ਅਸੀਂ ਰਿਟਨ ਦੇ ਵਿੱਚ ਕੁਝ ਨਹੀਂ ਦੇ ਸਕਦੇ ਬਟ ਲਗਾਤਾਰ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਤੁਸੀਂ ਸਾਨੂੰ ਦਿਓ, ਤੁਸੀਂ ਸਾਨੂੰ ਦਿਓ। ਹੁਣ ਮੈਂ ਪਿਛਲੇ ਮਹੀਨੇ ਇਹਨਾਂ ਨੂੰ 66,000 ਰੁਪਇਆ ਛਮਾਹੀ ਦੀ ਰਕਮ ਦੇ ਚੁੱਕਿਆ ਹਾਂ। ਹੁਣ ਮੈਂ ਇਹਨਾਂ ਨੂੰ ਦੱਸਦਾ ਆਪਣੀ ਪ੍ਰੋਬਲਮ ਜਾ ਕੇ ਕਿ ਮੇਰੀ ਕਣਕ ਸੁੱਕ ਰਹੀ ਹੈ, ਮੇਰਾ ਪਾਣੀ ਦਾ ਹੀਲਾ ਕਰੋ, ਤਾਂ ਦੋਨੋਂ ਪਾਰਟੀਆਂ ਵੱਲੋਂ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਇਹਨਾਂ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਤੁਸੀਂ ਸਾਨੂੰ ਜੇ ਪੈਸੇ ਦਿੱਤੇ ਹੁੰਦੇ ਅਸੀਂ ਬੋਰ ਕਰਾ ਦਿੰਦੇ। ਮੈਂ ਮੰਨਦਾ ਹਾਂ, ਇਹ ਕਹਿੰਦੇ ਨੇ, ਇਹ ਗੱਲ ਮੈਂ ਉਹਨਾਂ ਨੂੰ ਕਹਿੰਦਾ ਕਿ ਮੈਂ ਪੈਸੇ ਤੁਹਾਨੂੰ ਦਿੱਤੇ ਨੇ, ਤੁਸੀਂ ਮੇਰਾ ਬੋਰ ਕਰਾਓ। ਉਹ ਕਹਿੰਦੇ ਦੇਖੋ 2 ਦਿਨ ਮੈਂ ਬੋਰ ਹੁੰਦਾ ਨਹੀਂ, ਤੁਸੀਂ ਨਦੀ ਤੋਂ ਪਾਣੀ ਲੈ ਲਓ। ਜੇ ਮੈਂ ਨਦੀ ਤੋਂ ਪਾਣੀ ਲੈਣਾ ਮੈਨੂੰ ਆ ਕੇ ਪੁਲਿਸ ਬੰਦ ਕਰਾ ਦਿੰਦੀ ਔਰ ਪਾਣੀ ਤੇ ਮੈਨੂੰ ਥਾਣੇ ਬੁਲਾ ਲਿੱਤਾ ਜਾਂਦਾ ਹੈ। ਉੱਥੇ ਥਾਣੇ ਜਾ ਕੇ ਵੀ ਮੈਂ ਇਹਨਾਂ ਨੂੰ ਫੋਨ ਕਰਦਾ ਕਿ ਹਾਂ ਵੀ ਮੈਨੂੰ ਉਰੇ ਬੁਲਾਇਆ ਹੋਇਆ, ਤੁਸੀਂ ਉਰੇ ਆਓ, ਤੁਸੀਂ ਮੇਰਾ ਪੱਖ ਪੂਰੋ ਕਿ ਹਾਂ ਵੀ ਅਸੀਂ ਕਿਹਾ ਸੀਗਾ ਕਿ ਤੁਸੀਂ ਪਾਣੀ ਲਾ ਲਓ, ਆਪਣੀ ਫਸਲ ਬਚਾਓ। ਉੱਥੇ ਵੀ ਕੋਈ ਨਹੀਂ ਸੁਣਵਾਈ ਹੁੰਦੀ, ਉੱਥੇ ਵੀ ਕੋਈ ਨਹੀਂ ਆਉਂਦਾ, ਕੋਈ ਨਹੀਂ ਪਹੁੰਚਦਾ। ਤੇ ਮੈਂ ਇਸ ਟਾਈਮ ਦੋਨੋਂ ਪਾਸੋਂ ਫਸਿਆ ਹੋਇਆ, ਮੇਰੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ। ਮੈਂ ਸਭ ਨੂੰ ਦੋਨੋਂ ਪਾਰਟੀਆਂ ਦੇ ਪੈਰੀ ਹੱਥ ਲਾ ਕੇ ਮੈਂ ਬੇਨਤੀ ਕਰਕੇ ਦੇਖ ਲਈ ਕਿ ਤੁਸੀਂ ਆਪਦੀ ਮਤਭੇਦ ਭੁਲਾ ਕੇ ਆਪਦੀ ਲੜਾਈ ਦੇ ਵਿੱਚ ਮੇਰਾ ਨੁਕਸਾਨ ਨਾ ਕਰੋ।
ਮੈਂ ਇੱਕ ਬੰਦੇ ਨੂੰ ਪੈਸੇ ਦੇ ਚੁੱਕਿਆ ਹਾਂ, ਤੁਸੀਂ ਆਪਣਾ ਬਹਿ ਕੇ ਅਗਲੀ ਵਾਰੀ ਤੋਂ ਫੈਸਲਾ ਕਰ ਲਓ ਕਿ ਕਿਸ ਨੂੰ ਪੈਸੇ ਦੇਣੇ ਆ, ਤੁਸੀਂ ਉਹਨਾਂ ਨੂੰ ਪੈਸੇ ਅਗਲੀ ਵਾਰ ਤੋਂ ਮੈਂ ਉਸ ਨੂੰ ਹੱਥ ਬੰਨ੍ਹ ਕੇ ਦੇ ਦਿਆ ਕਰੂੰਗਾ। ਪਰ ਦੋਨਾਂ ਵੱਲੋਂ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ, ਦੋਨੋਂ ਜਣੇ ਆਪਣੇ ਹੱਥ ਖੜੇ ਕਰ ਰਹੇ ਨੇ ਤੇ ਮੇਰੀ ਫਸਲ ਸੁੱਕ ਰਹੀ ਹੈ ਤੇ ਮੈਂ ਪਿਛਲੇ ਕਈ ਦਿਨਾਂ ਤੋਂ ਇਹਨਾਂ ਦੋਨਾਂ ਨੂੰ ਆਪਣੀ ਪ੍ਰੋਬਲਮ ਦੱਸ ਰਿਹਾ, ਪਰ ਦੋਨੋਂ ਜਣੇ ਮੇਰੀ ਕੋਈ ਸੁਣਵਾਈ ਨਹੀਂ ਹੁਣ ਕਰ ਤੁਹਾਡੀ ਰਹੇ। ਕੀ ਮੰਗ ਹੈ, ਪ੍ਰਸ਼ਾਸਨ ਨੂੰ ਕੀ ਕਹਿੰਦੇ ਹੋ? ਪ੍ਰਸ਼ਾਸਨ ਨੂੰ ਮੇਰੀ ਮੰਗ ਇਹ ਹੈ, ਪ੍ਰਸ਼ਾਸਨ ਨੂੰ ਤੇ ਦੋਨੋਂ ਪਾਰਟੀਆਂ ਨੂੰ ਮੇਰੀ ਮੰਗ ਇਹ ਹੈ ਕਿ ਪ੍ਰਸ਼ਾਸਨ ਵੀ ਮੇਰੀ ਮਜਬੂਰੀ ਸਮਝੇ। ਇੱਕ ਕਿਸਾਨ ਹੋਣ ਦੇ ਨਾਤੇ, ਜਿੱਥੇ ਕਿ ਸਾਡੇ ਕਿਸਾਨ ਭਰਾ ਦਿੱਲੀ ਵਿੱਚ ਮੈਂ ਵੀ ਗਿਆ ਸੀਗਾ, ਉੱਥੇ 4-5 ਦਿਨ ਬੈਠਾ ਰਿਹਾ ਧਰਨੇ ਦੇ ਵਿੱਚ, ਬਟ ਹੁਣ ਮੇਰੀ ਫਸਲ ਸੁੱਕ ਰਹੀ ਹੈ, ਇਸ ਕਰਕੇ ਮੈਨੂੰ ਮਜਬੂਰਨ ਨੂੰ ਆਉਣਾ ਪਿਆ ਤੇ ਮੇਰੀ ਫਸਲ ਸੁੱਕ ਰਹੀ ਹੈ। ਜੇ ਮੇਰੀ ਫਸਲ ਸੁੱਕਦੀ ਹੈ, ਅਸੀਂ ਇੰਨੇ ਬੱਚੇ ਵਾਂਗੂ ਕਿਸਾਨ ਨੂੰ ਪਿਆਰੀ ਹੁੰਦੀ ਹੈ ਫਸਲ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਤੇ ਜੇ ਮੇਰੀ ਫਸਲ ਸੁੱਕਦੀ ਹੈ ਤਾਂ ਮੇਰੀ ਇਹ ਬੇਨਤੀ ਹੈ ਕਿ ਮੈਂ ਵੀ ਨਾਲ ਸੁੱਕੂੰਗਾ, ਮੈਂ ਉਹਦੇ ਮਰਨ ਵਰਤੇ ਬਹਿ ਜਾਊਂਗਾ। ਜੋ ਮੇਰੀ ਹਾਲਤ ਹੈ, ਦੋਨੋਂ ਪਾਰਟੀਆਂ ਨੂੰ ਮੇਰੀ ਬੇਨਤੀ ਹੈ ਕਿ ਮੇਰੀ ਹਾਲਤ ਦਾ ਅੰਦਾਜ਼ਾ ਲਗਾਉਣ ਤੇ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਕਿ ਮੇਰੀ ਫਸਲ ਬਚਾਉਣ ਦੇ ਵਿੱਚ ਮੇਰੀ ਮਦਦ ਕੀਤੀ ਜਾਵੇ। ਇਸ ਤੋਂ ਇਲਾਵਾ ਮੇਰੀ ਤੀਜੀ ਹੋਰ ਕੋਈ ਡਿਮਾਂਡ ਨਹੀਂ ਹੈ। ਇੱਕ ਮੇਰੀ ਗੱਲ ਹੋਰ ਹੈ ਜੀ, ਜੇਕਰ ਇਹਨਾਂ ਨੂੰ ਮੈਂ ਕਿਸੇ ਵੀ ਪਾਸੋਂ ਨਾ ਪਸੰਦ ਹਾਂ ਤਾਂ ਮੈਨੂੰ ਇਹ ਸਪਸ਼ਟ ਰੂਪ ਦੇ ਵਿੱਚ ਕਹਿ ਦੇਣ ਕਿ ਤੂੰ ਆਪਣੀ ਫਸਲ ਲੈ ਜਾ ਤੇ ਉਸ ਤੋਂ ਬਾਅਦ ਤੂੰ ਖੇਤੀ ਨਾ ਕਰ। ਮੈਂ ਉਹਨਾਂ ਦੀ ਉਸ ਗੱਲ ਦੇ ਵਿੱਚ ਵੀ ਹੈਗਾ, ਮੇਰੀ ਕੋਈ ਹੋਰ ਮਨਸ਼ਾ ਨਹੀਂ ਹੈਗੀ, ਬਟ ਮੈਨੂੰ ਇੱਕ ਵੈਲਿਡ ਰੀਜ਼ਨ ਦਿੱਤਾ ਜਾਵੇ ਕਿ ਮੈਨੂੰ ਮੇਰੀ ਜ਼ਮੀਨ ਤੋਂ ਕਿਉਂ ਕੱਢਿਆ ਜਾ ਰਿਹਾ ਹੈ। ਮੈਂ ਹੱਥ ਬੰਨ੍ਹ ਕੇ ਪਿੱਛੇ ਹੋ ਜਾਊਂਗਾ, ਪਰ ਜਿਹੜੀ ਮੇਰੀ ਫਸਲ ਖੜੀ ਹੈ, ਜਿੱਦਾਂ ਮੈਂ ਪੈਸਾ ਦੇ ਚੁੱਕਿਆ, ਘੱਟੋ ਘੱਟ ਮੈਨੂੰ ਉਹ ਸਹੀ ਤਰੀਕੇ ਨਾਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਤੁਸੀਂ ਇਹਦੇ ਬਾਰੇ ਕਦੇ ਕਿਸਾਨ ਜਥੇਬੰਦੀ ਨਾਲ ਜਾਂ ਕਿਸੇ ਹੋਰ ਅਧਿਕਾਰੀ ਨਾਲ ਗੱਲ ਕੀਤੀ ਹੈ? ਜੀ, ਮੈਂ ਆਪਣਾ ਜਿਹੜੇ ਮੰਡੀ ਬੋਰਡ ਦੇ ਪ੍ਰਧਾਨ ਨੇ, ਮੈਂ ਉਹਨਾਂ ਨੂੰ ਵੀ ਫੋਨ ਕਰ ਰਿਹਾ ਹਾਂ ਤੇ ਮੇਰੀ ਹਾਲੇ ਗੱਲ ਨਹੀਂ ਹੋ ਪਾ ਰਹੀ ਹੈ ਤੇ ਉਹਨਾਂ ਨੂੰ ਮੈਂ ਆਪਣੀ ਪ੍ਰੋਬਲਮ ਦੱਸੂੰਗਾ ਤੇ ਜਿੰਨੇ ਵੀ ਹੋਰ ਕਿਸਾਨ ਸੰਸਥਾਵਾਂ ਨੇ, ਮੈਂ ਉਹਨਾਂ ਕੋਲ ਜਾਊਂਗਾ, ਮੈਂ ਆਪਣੀ ਪ੍ਰੋਬਲਮ ਦੱਸੂੰਗਾ ਤੇ ਮੈਂ ਉਹਨਾਂ ਤੋਂ ਮਦਦ ਦੀ ਗੁਹਾਰ ਲਗਾਊਂਗਾ ਕਿ ਮੇਰੇ ਨਾਲ ਧੱਕਾ ਹੋ ਰਿਹਾ ਹੈ ਉਰੇ ਤੇ ਮੇਰੇ ਨਾਲ ਮੈਨੂੰ ਇਨਸਾਫ ਦਿਵਾਇਆ ਜਾਵੇ। ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲ ਕੀਤੀ ਕਿਸੇ ਨਾਲ? ਜੀ, ਪ੍ਰਸ਼ਾਸਨਿਕ ਅਧਿਕਾਰੀ ਨਾਲ ਹਲੇ ਮੈਂ 4 ਦਿਨ ਹੋ ਗਏ ਲਗਾਤਾਰ ਕੋਤਵਾਲੀ ਦੇ ਵਿੱਚ ਧੱਕੇ ਖਾ ਰਿਹਾ ਸਵੇਰੇ ਸ਼ਾਮ ਤੇ ਉੱਥੇ ਵੀ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ। ਰਾਮ ਸ਼ਰਨ ਜੀ ASI ਨੇ, ਉਹਨਾਂ ਨੂੰ ਵੀ ਜਾ ਕੇ ਅਸੀਂ ਮਿਲੇ ਸੀਗੇ ਕੱਲ, ਉਹਨਾਂ ਮੂਹਰੇ ਵੀ ਸਾਰੀ ਪ੍ਰੋਬਲਮ ਦੱਸੀ ਕਿ ਇਹਨਾਂ ਦੀ ਆਪਸੀ ਜਿਹੜਾ ਝਗੜਾ ਹੈਗਾ ਉਹਦੇ ਵਿੱਚ ਮੇਰਾ ਨੁਕਸਾਨ ਹੋ ਰਿਹਾ ਹੈ, ਬਟ ਹਰ ਵਾਰ ਜੋ ਹੈ ਮੋਹਰਾ ਮੈਨੂੰ ਬਣਾਇਆ ਜਾਂਦਾ ਹੈ, ਮੈਨੂੰ ਥਾਣੇ ਬੁਲਾ ਲਿਆ ਜਾਂਦਾ ਹੈ, ਮੇਰੇ ਤੇ ਜੁਰਮਾਨਾ ਲਾ ਦਿੱਤਾ ਜਾਂਦਾ ਹੈ, ਜਦਕਿ ਮੇਰਾ ਕੋਈ ਕਸੂਰ ਵੀ ਨਹੀਂ ਹੁੰਦਾ। ਤੇ ਉਹਨਾਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਮੇਰੀ ਮਜਬੂਰੀ ਸਮਝੋ, ਮੇਰੀ ਦਿੱਕਤ ਸਮਝੋ, ਮੇਰੀ ਪਰੇਸ਼ਾਨੀ ਸਮਝੋ ਤੇ ਉਸਦਾ ਬਣਦਾ ਹੱਲ ਕੀਤਾ ਜਾਵੇ। ਆਪਣਾ ਕੀ ਨਾਮ ਹੈ ਜੀ? ਹੈਲੋ, ਮੇਰਾ ਨਾਮ ਵਰੁਣ ਗੋਇਲ ਹੈ, ਜੁਆਇੰਟ ਸੈਕਟਰੀ ਸੁਧਾਰ ਸਭਾ ਪ੍ਰਾਚੀਨ ਮੰਦਿਰ ਸ਼੍ਰੀ ਭੂਤਨਾਥ ਤੇ ਮੇਰੇ ਨਾਲ ਨੇ ਵਰਿੰਦਰ ਖੰਨਾ ਜੀ ਪ੍ਰਧਾਨ। ਭਾਈ ਦੱਸੋ, ਜਿਹੜਾ ਪਾਣੀ ਦਾ ਮੁੱਦਾ ਰਹਿ ਗਿਆ ਕਿਵੇਂ? ਦੇਖੋ, ਪਾਣੀ ਦਾ ਮੁੱਦਾ ਕੱਲਾ ਪਾਣੀ ਦਾ ਮੁੱਦਾ ਨਹੀਂ ਹੈ। ਪਿਛਲੇ 3 ਮਹੀਨੇ ਤੋਂ ਸਾਡੇ ਜਿਹੜੇ ਕਾਸ਼ਤਕਾਰ ਹੈ ਇੱਥੇ, ਅਲੀ ਜੀ ਤੇ ਜਿਹੜੇ ਆਂਟੀ ਇੱਥੇ ਬਜ਼ੁਰਗ 25 ਸਾਲ ਤੋਂ ਕਾਸ਼ਤ ਕਰ ਰਹੇ ਨੇ, ਇਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਵੀ ਤੁਸੀਂ ਖੇਤ ਖਾਲੀ ਕਰ ਦਿਓ, ਅਸੀਂ ਕਿਸੇ ਹੋਰ ਨੂੰ ਦੇਣਾ। ਸਭ ਤੋਂ ਬੜੀ ਗੱਲ ਇਹ ਹੈ ਵੀ ਜਦ ਵੀ ਅਸੀਂ ਪਾਣੀ ਦੀ ਕੋਈ ਇੰਤਜ਼ਾਮ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇਹ ਰਮੇਸ਼ ਮਿੱਤਲ ਐਂਡ ਪਾਰਟੀ ਜਿਹੜੇ ਇਹਨਾਂ ਨੇ ਬਾਹਰੋਂ ਦੀ ਵੀ ਬੰਦੇ ਸਾਜ਼ਬਾਜ਼ ਕੀਤੇ ਹੋਏ ਨੇ, ਉਹਨਾਂ ਦੇ ਥਰੂ ਪੁਲਿਸ ਤੇ ਇਨਫਲੂਐਂਸ ਕਰਕੇ ਕੰਪਲੇਂਟ ਕਰ ਦਿੰਦੇ ਨੇ ਤੇ ਪਾਣੀ ਦਾ ਸਾਡਾ ਸਿਸਟਮ ਜਿਹੜਾ ਹੈਗਾ, ਸੋਰਸ ਹੈਗਾ, ਉਹ ਬੰਦ ਕਰ ਦਿੰਦੇ ਨੇ। ਅਸੀਂ ਕਈ 1.5 ਸਾਲ ਤੋਂ ਇਹਨਾਂ ਦੇ ਮਗਰ ਪਏ ਹੋਏ ਆ ਵੀ ਭਾਈ ਹਿਸਾਬ ਦੇ ਦਿਓ, ਹਿਸਾਬ ਦੇ ਦਿਓ, ਹਿਸਾਬ ਦੇ ਦਿਓ, ਜਿਹੜਾ ਕਿ 1 ਰੁਪਏ ਦਾ ਵੀ ਹਿਸਾਬ ਇਹਨਾਂ ਨੇ ਸਾਫ਼ ਨਹੀਂ ਕੀਤਾ। ਉਸ ਤੋਂ ਬਾਅਦ ਅਸੀਂ ਮਾਨਨੀय ਹਾਈ ਕੋਰਟ ਕੋਲ ਗਏ, ਉਹਨਾਂ ਨੇ SSP ਸਾਹਿਬ ਨੂੰ ਆਰਡਰ ਕਰਤੇ ਵੀ ਵਰਿੰਦਰ ਖੰਨਾ ਜੀ ਪ੍ਰਧਾਨ ਨੇ ਤੇ ਉਹਨਾਂ ਦੀ ਜਿਹੜੀ ਕਮੇਟੀ ਹੈ ਉਹਦਾ ਸਾਰਾ ਅਧਿਕਾਰ ਹੈ, ਪਰ ਫਿਰ ਵੀ ਇਹ ਲੋਕ ਆਪਣੇ ਆਪ ਨੂੰ ਪ੍ਰਧਾਨ ਕਹਿ ਰਹੇ ਨੇ ਤੇ ਲੋਕਾਂ ਤੋਂ ਪੈਸੇ ਇਕੱਠੇ ਕਰ ਰਹੇ ਨੇ ਸਮਾਜ ਦੇ ਵਿੱਚੋਂ। 1 ਰੁਪਿਆ ਵੀ ਕੋਈ ਇਹਨਾਂ ਨੇ ਬੈਂਕ 'ਚ ਜਮ੍ਹਾਂ ਨਹੀਂ ਕਰਾਇਆ। ਅਸੀਂ ਜਦ ਵੀ ਚੀਜ਼ਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸਾਡੇ ਅਗੇਂਸਟ ਪੁੱਠਾ ਚੱਲਦੇ ਨੇ। ਸਭ ਤੋਂ ਸਾਨੂੰ ਬੜੀ ਪ੍ਰੋਬਲਮ ਇਹ ਆਈ ਹੋਈ ਹੈ, ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਵੀ ਆਉਣ ਵਾਲਾ ਸ਼ਿਵਰਾਤਰੀ ਦਾ ਤਿਉਹਾਰ ਆ ਰਿਹਾ, ਇੱਥੇ ਜੋ ਹਾਲਾਤ ਨੇ ਕਿ 1 ਮਿੰਟ ਦੇ ਵਿੱਚ 15 ਬੰਦੇ ਇਹ ਇਕੱਠੇ ਕਰ ਲੈਂਦੇ ਨੇ, ਜਿਹੜੇ ਅਸਮਾਜਿਕ ਤੱਤਵ। ਅਸੀਂ ਬਾਰ-ਬਾਰ ਪ੍ਰਸ਼ਾਸਨ ਤੋਂ ਗੁਹਾਰ ਕਰ ਰਹੇ ਹਾਂ ਵੀ ਸਾਨੂੰ ਉਹਨਾਂ ਤੋਂ ਬਚਾਇਆ ਜਾਵੇ ਤੇ ਇਹਦਾ ਜਿਹੜਾ ਸੁਧਾਰ ਸਭਾ ਦਾ ਕੰਮ ਹੈ, ਇਹ ਠੀਕ ਤਰੀਕੇ ਨਾਲ ਚਲਾਇਆ ਜਾਵੇ। ਜਿਹੜੇ ਅਲੀ ਦਾ ਇਲਜ਼ਾਮ ਲੱਗ ਰਿਹਾ ਕਿ ਵੀ ਜਿਹੜੀ 6 ਮਾਹੀ ਪੈਸੇ ਨੇ, ਉਹ 2 ਜਿਹੜੀਆਂ ਤੁਹਾਡੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ, ਉਹਨਾਂ ਦੇ ਵਿੱਚ ਹੁਣ ਘਬਰਾਉਣ ਦੀ ਲੋੜ ਨਹੀਂ। ਹਰ ਬਿਮਾਰੀ ਦਾ ਇਲਾਜ ਆਯੁਰਵੈਦਿਕ ਜੜੀ ਬੂਟੀਆਂ ਦੁਆਰਾ। ਸਾਇਲ ਹੈਲਥ ਕੇਅਰ ਅੰਮ੍ਰਿਤਸਰ ਤੇ ਬੇਔਲਾਦ ਸਰੀਰਕ ਤਾਕਤ, IBS, ਸਪਰਮ ਕਾਊਂਟਿੰਗ, ਮੈਨ ਪਾਵਰ, ਹਰ ਬਿਮਾਰੀ ਦਾ ਪੱਕਾ ਤੇ ਸਫਲ ਇਲਾਜ ਸਾਹਿਲ ਹੈਲਥ ਕੇਅਰ ਆਯੁਰਵੈਦਿਕ ਸੈਂਟਰ। ਲੇਕਿਨ ਅੱਜ ਵੀ ਸਾਡੇ ਭਾਰਤ ਦੇ ਵਿੱਚ ਆਯੁਰਵੇਦ ਨੂੰ ਬਹੁਤ ਮਾਨਤਾ ਦਿੱਤੀ ਜਾਂਦੀ ਹੈ, ਬਹੁਤ ਮਹੱਤਵ ਹੈ। ਆਦਮੀ ਦੇ ਵਿੱਚ ਜਿਹੜੀ ਅੰਦਰੂਨੀ ਕਮਜ਼ੋਰੀ ਆਉਂਦੀ ਹੈ, ਉਹ ਕਈ ਰੋਗਾਂ ਕਰਕੇ ਆਉਂਦੀ ਹੈ। ਜਿਹੜੇ ਔਲਾਦ ਪੈਦਾ ਨਹੀਂ ਕਰ ਸਕਦੇ, ਉਹਨਾਂ ਨੂੰ ਸ਼ੁਕਰਾਣੂਆਂ ਦੀ ਕਮੀ। ਮਿਲੋ ਰੋਜ਼ਾਨਾ 10 ਤੋਂ 6 ਸਾਇਲ ਹੈਲਥ ਕੇਅਰ ਸੈਂਟਰ 100 ਫੁੱਟੀ ਰੋਡ ਅੰਮ੍ਰਿਤਸਰ। ਸੰਡੇ ਛੁੱਟੀ।